ਵਿਰੋਧੀ ਧਿਰਾਂ ਦੇ 9 ਨੇਤਾਵਾਂ ਨੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੂੰ ਇੱਕ ਚਿੱਠੀ ਲਿਖੀ ਹੈ। ਜਾਂਚ ਏਜੰਸੀਆਂ ਤੇ ਗਵਰਨਰਾਂ ਤੇ ਸਵਾਲ ਚੁੱਕੇ ਨੇ। 4 ਸੂਬਿਆਂ ਦੇ ਮੁੱਖ ਮੰਤਰੀਆਂ ਸਣੇ 9 ਲੀਡਰਾਂ ਨੇ ਚਿੱਠੀ ਲਿਖੀ ਹੈ। ਚਿੱਠੀ ਲਿਖਣ ਵਾਲਿਆਂ ਦੇ ਵਿੱਚ ਸੀਐਮ ਭਗਵੰਤ ਮਾਨ ਤੇ ਅਰਵਿੰਦ ਕੇਜਰੀਵਾਲ ਵੀ ਸ਼ਾਮਲ ਨੇ। सीबीआई ਤੇ ईडी ਦੇ ਗਲਤ ਇਸਤੇਮਾਲ ਹੋਣ ਦਾ ਇਲਜ਼ਾਮ ਲਗਾਇਆ ਗਿਆ ਇਸ ਚਿੱਠੀ ਦੇ ਵਿੱਚ ਤੇ ਨਾਲ ਹੀ ਇਹ ਵੀ ਕਿਹਾ ਗਿਆ ਕਿ ਮਨੀਸ਼ ਸਿਸੋਦੀਆ ਤੇ ਲੱਗੇ ਇਲਜ਼ਾਮ ਬੇਬੁਨਿਆਦ ਨੇ। ਗਵਰਨਰ ਤੇ ਸਰਕਾਰ ਦੇ ਕੰਮ 'ਚ ਦਖਲ ਦੇਣ ਦਾ ਵੀ ਇਲਜ਼ਾਮ ਲਗਾਇਆ ਗਿਆ ਹੈ। ਚਿੱਠੀ ਦੀਆਂ ਤਸਵੀਰਾਂ ਵੀ ਅਸੀਂ ਦਿਖਾ ਰਹੇ ਹਾਂ ਜਿਸ ਦੇ ਵਿੱਚ ਕੇਂਦਰ ਤੇ ਰਾਜ ਸਰਕਾਰ ਵਿਚਾਲੇ ਦਰਾੜ ਦੀ ਵਜ੍ਹਾ ਗਵਰਨਰ ਨੂੰ ਠਹਿਰਾਇਆ ਜਾ ਰਿਹਾ ਹੈ ਕਿ ਕੇਂਦਰ ਤੇ ਜਿਹੜੀਆਂ ਸੂਬਾ ਸਰਕਾਰਾਂ ਨੇ ਉਹਨਾਂ ਦੇ ਵਿਚਕਾਰ ਗਵਰਨਰ ਦਰਾੜ ਦੀ ਵਜ੍ਹਾ ਬਣ ਰਹੇ ਨੇ। ਇਹ ਵੀ ਚਿੱਠੀ ਦੇ ਵਿੱਚ ਲਿਖਿਆ ਗਿਆ। ਚਿੱਠੀ ਲਿਖਣ ਵਾਲਿਆਂ 'ਚ ਮੁੱਖ ਮੰਤਰੀ ਭਗਵੰਤ ਮਾਨ, दिल्ली के मुख्यमंत्री अरविंद केजरीवाल तो इलावा बीआरएस मुखी चंद्रशेखर राव, जेकेएनसी मुखी फारूक अब्दुल्ला, एआईटीसी मुखी ममता बनर्जी, एनसीपी मुखी शरद पवार, उद्धव ठाकरे, बिहार के डिप्टी सीएम तेजस्वी यादव शामिल ने। तां विरोधी धिर दे 9 नेतावां दे वल्लों प्रधानमंत्री नूं चिट्ठी लिखी गई है। सीबीआई ईडी ਦਾ ਮੁੱਦਾ ਚੁੱਕਿਆ ਗਿਆ ਹੈ। ਸੀਬੀਆਈ ਈਡੀ ਦਾ ਗਲਤ ਇਸਤੇਮਾਲ ਹੋ ਰਿਹਾ ਹੈ। ਇਸ ਤੋਂ ਇਲਾਵਾ ਗਵਰਨਰਾਂ ਤੇ ਸਰਕਾਰ ਦੇ ਕੰਮਾਂ 'ਚ ਦਖਲ ਦੇਣ ਦੇ ਵੀ ਇਲਜ਼ਾਮ ਲਗਾਏ ਗਏ ਨੇ। देखिए, देश के 9 बड़े विपक्षी नेताओं ने, जिसमें 4 सिटिंग चीफ मिनिस्टर्स हैं, 4 फॉर्मर चीफ मिनिस्टर्स हैं और एक सिटिंग डिप्टी चीफ मिनिस्टर हैं, इन 9 बड़ी हस्तियों ने आज माननीय प्रधानमंत्री जी को एक खुला पत्र लिखा है और उस पत्र में ये बात पूरी मजबूती से माननीय प्रधानमंत्री जी के सामने रखी है कि हमारा देश आज भी एक लोकतंत्र है, लेकिन इस लोकतंत्र की जो बुनियाद है उसे लगातार हिलाए जाने की कोशिशें की जा रही हैं। कैसे आज अपने सियासी प्रतिद्वंद्वी पर सीबीआई ईडी का प्रहार करके, तमाम एजेंसियों का प्रहार करके उन्हें पकड़ पकड़ के जेल में डाला जा रहा है। और ये किसी एक पार्टी तक सीमित नहीं है, तमाम पार्टियों के जो भी विपक्षी दल मजबूत होता नजर आता है, ईडी सीबीआई उसके घर पहुंच जाती है, उसे दबोच कर जेल में डाल देती है और फिर महीनों सालों उसकी बेल नहीं होती। इसके साथ साथ ईडी सीबीआई की कार्यप्रणाली पर भी एक बहुत बड़ा प्रश्न चिन्ह है। आपको जानकर अचंभा होगा कि पिछले 9 साल में सीबीआई ने जितने मुकदमे दर्ज करे उसमें से 95% मुकदमे देश के विपक्षी नेताओं पे दर्ज हुए। इन्फोर्समेंट डायरेक्टरेट ने, ईडी ने यूपीए काल के समय 112 जगह पे मात्र रेड करी थी, लेकिन एनडीए यानी कि प्रधानमंत्री मोदी जी की सरकार के दौरान, यानी कि 2014 से लेकर आज तक 3000 से भी ज्यादा जगहों पर रेड करी। और ईडी से जब पूछा जाता है कि आपने इतनी रेडें करी, इतने मुकदमे दर्ज करे, अंत में कितने लोगों को कोर्ट ने कन्विक्ट किया, यानी कि कितने लोगों को कोर्ट ने दोषी करार दिया, तो पता लगता है कि 0.05%, 0.05% भी कन्विक्शन रेट ईडी का नहीं है। ਤਾਂ ਵਿਰੋਧੀ ਧਿਰਾਂ ਨੇ ਪ੍ਰਧਾਨ ਮੰਤਰੀ ਨੂੰ ਚਿੱਠੀ ਲਿਖੀ ਹੈ। ਚਿੱਠੀ ਲਿਖਣ ਵਾਲਿਆਂ ਦੇ ਵਿੱਚ ਮੁੱਖ ਮੰਤਰੀ ਭਗਵੰਤ ਮਾਨ ਵੀ ਸ਼ਾਮਲ ਨੇ। ਵਿਰੋਧੀ ਧਿਰ ਦੇ 9 ਨੇਤਾਵਾਂ ਨੇ ਪ੍ਰਧਾਨ ਮੰਤਰੀ ਨੂੰ ਚਿੱਠੀ ਲਿਖੀ ਹੈ ਤੇ ਚਿੱਠੀ ਦੇ ਵਿੱਚ ਸੀਬੀਆਈ ਤੇ ਈਡੀ ਜਾਂਚ ਏਜੰਸੀਆਂ ਦੇ ਗਲਤ ਇਸਤੇਮਾਲ ਦਾ ਮੁੱਦਾ ਚੁੱਕਿਆ ਗਿਆ ਹੈ। ਇਸ ਤੋਂ ਇਲਾਵਾ ਗਵਰਨਰਾਂ ਦੇ ਸਰਕਾਰ ਦੇ ਕੰਮਾਂ 'ਚ ਦਖਲ ਦੇਣ ਦਾ ਵੀ ਮੁੱਦਾ ਚੁੱਕਿਆ ਗਿਆ ਹੈ। ਵਿਰੋਧੀ ਧਿਰਾਂ ਦੇ 9 ਨੇਤਾ ਨੇ ਜਿਨ੍ਹਾਂ ਦੇ ਵਿੱਚ ਮੁੱਖ ਮੰਤਰੀ ਭਗਵੰਤ ਮਾਨ ਵੀ ਸ਼ਾਮਲ ਨੇ। ਮਲਵਿੰਦਰ ਕੰਗ ਆਮ ਆਦਮੀ ਪਾਰਟੀ ਦੇ ਮੁੱਖ ਬੁਲਾਰੇ ਜੁੜੇ ਨੇ। ਕੰਗ ਜੀ, ਸਵਾਗਤ ਹੈ ਨਿਊਜ਼ 18 ਪੰਜਾਬ ਤੇ। ਇਹ ਜੋ ਚਿੱਠੀ ਲਿਖੀ ਗਈ ਹੈ ਇਸ ਨੂੰ ਕਿਵੇਂ ਦੇਖਿਆ ਜਾਵੇ? ਵਿਰੋਧੀ ਧਿਰਾਂ ਦੇ 9 ਨੇਤਾ ਨੇ ਜਿਨ੍ਹਾਂ ਦੇ ਵੱਲੋਂ ਇਹ ਚਿੱਠੀ ਲਿਖੀ ਗਈ ਹੈ, ਕਈ ਸਾਰੇ ਮੁੱਦੇ ਤੁਸੀਂ ਰੱਖੇ ਨੇ। ਦੇਖੋ ਅਰਸ਼ਦੀਪ, ਇੱਕ ਗੱਲ ਤੇ ਬੜੀ ਸਪਸ਼ਟ ਹੈ ਕਿ ਜਿਸ ਤਰੀਕੇ ਨਾਲ ਸਾਡੀਆਂ ਏਜੰਸੀਆਂ ਜਿਹੜੀਆਂ ਮੁਲਕ ਦੀਆਂ, ਸੀਬੀਆਈ, ਈਡੀ ਔਰ ਐਨਆਈਏ, ਕਿ ਜਿਹੜਾ ਉਹਨਾਂ ਦਾ ਦੁਰਉਪਯੋਗ ਖਾਸ ਕਰ ਆਪੋਜੀਸ਼ਨ ਪਾਰਟੀਆਂ ਨੂੰ ਲੈ ਕੇ ਪਿਛਲੇ ਸਾਲਾਂ 'ਚੋਂ ਵਧਿਆ ਹੈ, ਉਹ ਬੜਾ ਫਿਕਰਮੰਦੀ ਵਾਲੀ ਗੱਲ ਹੈ। ਔਰ ਨਾਲ ਨਾਲ ਗਵਰਨਰ ਆਫਿਸ ਦਾ ਜਿਹੜਾ ਇੰਟਰਫੇਰੈਂਸ ਵਧੀਆ, ਔਰ ਹਾਲੀਆ 'ਚ ਆਪਾਂ ਦੇਖਿਆ ਪੰਜਾਬ ਕਿਸ ਤਰੀਕੇ ਨਾਲ ਕਾਉਂਸਲ ਆਫ ਮਿਨਿਸਟਰ ਦੇ ਫੈਸਲਿਆਂ ਨੂੰ ਉਹਨਾਂ ਨੇ ਪਟਿਆ। ਇਹ ਫਿਕਰਮੰਦੀ ਹੈ ਸਾਡੀ ਡੈਮੋਕ੍ਰੇਸੀ ਵਾਸਤੇ, ਇੱਕ ਡੈਮੋਕ੍ਰੈਟਿਕ ਕੰਟਰੀ ਵਾਸਤੇ
ਕਿ ਪੂਰੀ ਜਿਹੜੀਆਂ ਸਾਡੀਆਂ ਸੁਪਰੀਮ ਇਨਵੈਸਟੀਗੇਸ਼ਨ ਏਜੰਸੀਜ਼ ਹੈ ਔਰ ਜਿਸ ਤਰੀਕੇ ਨਾਲ ਪੂਰਾ ਉਹਨਾਂ ਦਾ ਪਿਛਲੇ 7-8 ਸਾਲ ਦਾ ਡਾਟਾ ਆਪਾਂ ਕੱਢਦੇ ਹਾਂ ਉਹ 95% ਆਪੋਜੀਸ਼ਨ ਪਾਰਟੀ ਦੇ ਲੀਡਰਸ ਨੂੰ ਉਹਨਾਂ ਨੇ ਟਾਰਗੇਟ ਕੀਤਾ ਹੈ ਔਰ ਕਨਵਿਕਸ਼ਨ 0.05% ਵੀ ਨਹੀਂ ਹੈ, ਮਤਲਬ ਪੂਰੀ 0.05% ਨਹੀਂ ਹੈ ਔਰ ਇਹ ਦਰਸਾਉਂਦਾ ਹੈ ਵੀ ਕਿਤੇ ਨਾ ਕਿਤੇ ਵੈਂਡੇਟਾ ਹੋ ਰਿਹਾ ਲਗਾਤਾਰ ਜੀ। ਔਰ ਇਸ ਸਾਰੀਆਂ ਚੀਜ਼ਾਂ ਨੂੰ ਲੈ ਕੇ ਬੜੀ ਫਿਕਰਮੰਦੀ ਜਤਾਈ ਹੈ ਔਰ ਦੇਸ਼ ਦੀਆਂ ਜਿਹੜੀਆਂ ਵੱਡੀਆਂ ਵਿਰੋਧੀ ਧਿਰਾਂ ਹੈ, ਚਾਹੇ ਉਹ TMC ਹੈ, ਚਾਹੇ ਸਮਾਜਵਾਦੀ ਪਾਰਟੀ ਹੈ, ਚਾਹੇ ਜਨਤਾ ਦਲ ਯੂਨਾਈਟਿਡ ਹੈ, चाहे लालू प्रसाद जी की पार्टी है, चाहे आम आदमी पार्टी है, अरविंद जी, मान साहब और तेलंगाना वाले मुख्यमंत्री जी, ईवन उद्धव ठाकरे जी, सारिਆਂ ने फिक्रमंदी जताई है और ये प्रधानमंत्री जी ਨੂੰ इस तरीके नाल एड्रैस किया है भी तुसी ये जे असी इस तरीके नाल अखां मीच के या सत्ताधारी धिर इन्हां दा राजनीतिकरण करूगी ते फिर आने वाले टाइम च डेमोक्रेसी ਲਈ खतरा खड़ा हो जाना है। ਸੋ ਮੈਨੂੰ ਲੱਗਦਾ ਹੈ ਵੀ ਜ਼ਰੂਰ ਪ੍ਰਧਾਨ ਮੰਤਰੀ ਜੀ ਨੂੰ ਇਹਦੇ ਵੱਲ ਧਿਆਨ ਦੇਣਾ ਚਾਹੀਦਾ ਹੈ ਔਰ ਹੈਲਦੀ ਡੈਮੋਕ੍ਰੇਸੀ ਬਚਾਉਣ ਲਈ, ਦੇਸ਼ ਦੀ ਲੋਕਸ਼ਾਹੀ ਨੂੰ ਬਚਾਉਣ ਲਈ ਅੱਜ ਇਸੇ ਤਰੀਕੇ ਨਾਲ ਸਾਰੇ ਵਿਰੋਧੀ ਧਿਰਾਂ ਨੂੰ ਪਹਿਲ ਕਰਨ ਦੀ ਲੋੜ ਹੈ। ਜੀ ਜੀ, ਚਲੋ ਸ਼ੁਕਰੀਆ ਮਲਵਿੰਦਰ ਕੰਗ ਜੀ ਜੁੜਨ ਦੇ ਲਈ। ਆਮ ਆਦਮੀ ਪਾਰਟੀ ਦੇ ਮੁੱਖ ਬੁਲਾਰੇ ਮਲਵਿੰਦਰ ਕੰਗ ਜੁੜੇ, ਉਹਨਾਂ ਦਾ ਕਹਿਣਾ ਹੈ ਕਿ ਵਿਰੋਧੀ ਧਿਰਾਂ, ਵੱਖੋ ਵੱਖਰੀਆਂ ਵਿਰੋਧੀ ਧਿਰਾਂ ਜੋ ਭਾਰਤ ਦੇ ਵਿੱਚ ਆਵਾਜ਼ ਚੁੱਕ ਰਹੀਆਂ ਨੇ ਇਹਨਾਂ ਮੁੱਦਿਆਂ ਦੇ ਉੱਤੇ, ਉਹਨਾਂ ਨੇ ਇਕੱਠੇ ਹੋ ਕੇ ਹੁਣ ਪ੍ਰਧਾਨ ਮੰਤਰੀ ਨੂੰ ਚਿੱਠੀ ਲਿਖੀ ਹੈ। ਭਾਵੇਂ ਗਵਰਨਰਾਂ ਦੀ ਗੱਲ ਹੋਵੇ, ਗਵਰਨਰ ਸਰਕਾਰਾਂ ਦੇ, ਸੂਬਾ ਸਰਕਾਰਾਂ ਦੇ ਕੰਮ 'ਚ ਦਖਲ ਅੰਦਾਜ਼ੀ ਕਰ ਰਹੇ ਨੇ, ਦਰਾੜ ਬਣ ਰਹੇ ਨੇ ਕੇਂਦਰ ਤੇ ਸੂਬੇ ਦੇ ਵਿਚਕਾਰ, ਤੇ ਨਾਲ ਹੀ ਇਹ ਵੀ ਲਿਖਿਆ ਹੈ ਕਿ CBI ਤੇ ED ਜਾਂਚ ਏਜੰਸੀਆਂ ਦਾ ਗਲਤ ਇਸਤੇਮਾਲ ਹੋ ਰਿਹਾ ਹੈ। ਕਿਸ ਤਰੀਕੇ ਦੇ ਨਾਲ ਗਲਤ ਇਸਤੇਮਾਲ ਹੋ ਰਿਹਾ ਹੈ ਉਹ ਤਸਵੀਰ ਵੀ ਉਹ ਕਹਿ ਰਹੇ ਨੇ ਕਿ ਸਭ ਦੇ ਸਾਹਮਣੇ ਹੈ, ਤਾਂ ਉਸ ਨੂੰ ਲੈ ਕੇ ਪ੍ਰਧਾਨ ਮੰਤਰੀ ਨੂੰ ਚਿੱਠੀ ਲਿਖੀ ਗਈ ਹੈ ਕਿ ਇਹ ਡੈਮੋਕ੍ਰੇਸੀ ਦੇ ਲਈ ਖਤਰਨਾਕ ਹੈ, ਇਹ ਲੋਕਤੰਤਰ ਦੇ ਲਈ, ਜਮਹੂਰੀਅਤ ਦੇ ਲਈ ਖਤਰਨਾਕ ਹੈ। ਇਹ ਮਲਵਿੰਦਰ ਕੰਗ ਕਹਿੰਦੇ ਹੋਏ ਨਜ਼ਰ ਆ ਰਹੇ ਨੇ। ਵਿਰੋਧੀ ਧਿਰ ਨੇ ਪ੍ਰਧਾਨ ਮੰਤਰੀ ਨੂੰ ਚਿੱਠੀ ਲਿਖੀ ਹੈ। ਵਿਰੋਧੀ ਧਿਰਾਂ, ਵੱਖੋ ਵੱਖਰੀਆਂ ਵਿਰੋਧੀ ਧਿਰਾਂ ਦੇ 9 ਨੇਤਾ ਨੇ ਜਿਨ੍ਹਾਂ ਦੇ ਵੱਲੋਂ ਇਹ ਚਿੱਠੀ ਲਿਖੀ ਗਈ ਹੈ ਤੇ ਇਸ ਦੇ ਵਿੱਚ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ ਵੀ ਸ਼ਾਮਲ ਨੇ, ਦਿੱਲੀ ਦੇ ਮੁੱਖ ਮੰਤਰੀ ਅਰਵਿੰਦ ਕੇਜਰੀਵਾਲ ਵੀ ਸ਼ਾਮਲ ਨੇ, ਕਈ ਸਾਰੇ ਜਿਹੜੇ ਹੋਰ ਨੇਤਾ ਨੇ ਵੱਖੋ ਵੱਖਰੀਆਂ ਧਿਰਾਂ ਦੇ, ਉਹਨਾਂ ਦੇ ਵੱਲੋਂ ਵੀ ਇਸ ਚਿੱਠੀ ਦੇ ਵਿੱਚ ਦਸਤਖਤ ਕੀਤੇ ਗਏ ਨੇ। BRS ਮੁਖੀ ਚੰਦਰਸ਼ੇਖਰ ਰਾਓ, JKNC ਮੁਖੀ फारूक अब्दुल्ला, AITC ਮੁਖੀ ममता बनर्जी, NCP ਮੁਖੀ शरद पवार, उद्धव ठाकरे, बिहार के डिप्टी CM तेजस्वी यादव, ये सारे विरोधी धिरां दे विच ओह लोक ने जिन्हां दे वल्लों ये चिट्ठी लिखी गई है। प्रधानमंत्री नूं चिट्ठी लिख के चिंता जताई है ते रोस भी प्रगट किया है। गवर्नर सूबा सरकारां दे काम दे विच दखल दे रहे ने, यह भी इल्जाम लगाया गया है। इस तो इलावा एजेंसियां दे गलत इस्तेमाल की गल भी कही गई है। बीजेपी आगू अनिल सरीन साडे नाल फोन लाइन ते जुड़े ने। अनिल जी स्वागत है न्यूज़ 18 पंजाब ते। ਅਸੀਂ ਤਸਵੀਰ ਦਿਖਾ ਰਹੇ ਹਾਂ ਇੱਕ ਚਿੱਠੀ ਦੀ ਜੋ ਵਿਰੋਧੀ ਧਿਰਾਂ ਦੇ 9 ਨੇਤਾਵਾਂ ਦੇ ਵੱਲੋਂ ਲਿਖੀ ਗਈ ਹੈ, ਜੋ ਮੈਂ ਜ਼ਿਕਰ ਵੀ ਕਰ ਰਹੀ ਸੀ ਕਿ ਕਿਹੜੇ-ਕਿਹੜੇ ਆਗੂ ਨੇ ਜਿਨ੍ਹਾਂ ਦੇ ਵੱਲੋਂ ਚਿੱਠੀ ਲਿਖੀ ਗਈ ਹੈ। ਉਸ ਦੇ ਵਿੱਚ ਮੁੱਖ ਮੰਤਰੀ ਭਗਵੰਤ ਮਾਨ, ਅਰਵਿੰਦ ਕੇਜਰੀਵਾਲ ਵੀ ਸ਼ਾਮਲ ਨੇ, ਕਈ ਸਾਰੇ ਹੋਰ ਨੇਤਾ ਸ਼ਾਮਲ ਨੇ। ਪ੍ਰਧਾਨ ਮੰਤਰੀ ਨੂੰ ਚਿੱਠੀ ਲਿਖੀ ਹੈ, ਚਿੰਤਾ ਵੀ ਜਤਾਈ ਹੈ, ਰੋਸ ਵੀ ਜ਼ਾਹਿਰ ਕੀਤਾ ਹੈ ਕਿ ਗਵਰਨਰ ਸਰਕਾਰ ਦੇ ਕੰਮਾਂ ਦੇ ਵਿੱਚ ਦਖਲ ਦੇ ਰਹੇ ਨੇ, सूबा सरकारां दे कमां च दखल दे रहे ने, केंद्र ते सूबियां दे विचकार दराड़ बन रहे ने गवर्नर। इस तो इलावा ये भी मुद्दे चके गए ने कि देश दीयां जिहड़ियां जांच एजेंसियां ने उन्हां दा गलत इस्तेमाल हो रहा है, डराउण धमकाउण दा काम लिया जा रहा। CBI ED दे वल्लों मनीष सिसोदिया ते जिहड़े इल्जाम लगे ने वो बेबुनियाद ने, यह भी जिक्र इस चिट्ठी दे विच कीता गया है ते चिंता किते ना किते जताई जा रही है कि यह लोकतंत्र दे लई खतरनाक है। इस सब नूं किवें देखदी है बीजेपी? देखो, जब तक CBI या ED ਦਾ ਸਵਾਲ ਹੈਗਾ, ਮੈਨੂੰ ਇੱਕ ਚੀਜ਼ ਦੱਸੋ ਕਿ ਜਿਹਨੇ ਗਲਤ ਕੰਮ ਨਹੀਂ ਕੀਤਾ ਉਹਨੂੰ ਕਾਹਦਾ ਡਰਨ ਦਾ ਡਰ ਹੈ? ਕਿਸ ਗੱਲ ਦਾ ਡਰ ਹੈ ਤੁਹਾਨੂੰ? ਮੈਨੂੰ ਕਿਸ ਗੱਲ ਦਾ ਡਰ ਹੈ? ਡਰਦਾ ਤੇ ਉਹ ਹੈ ਜਿਹਨੇ ਗੜਬੜ ਕੀਤੀ ਹੁੰਦੀ ਹੈ ਕਿ ਹੁਣ ਫੜਿਆ ਜਾਵਾਂਗਾ। ਔਰ ਇਹ ਹੁਣ ਮਨੀਸ਼ ਸਿਸੋਦੀਆ ਦੀ ਗੱਲ ਕਰਦੇ ਹੋ, 170 ਮੋਬਾਈਲ ਫੋਨ ਕਿਉਂ ਯੂਜ਼ ਕੀਤੇ ਤੇ ਡਿਸਟਰੋਏ ਕੀਤੇ, ਇਹਦਾ ਜਵਾਬ ਹੈਗਾ। ਮਨੀਸ਼ ਸਿਸੋਦੀਆ ਨੇ ਖੁਦ ਜਿਹੜੇ ਹੈਗੇ ਨੇ, ਜਿਹੜੀ ਕੋਟਰੀ ਸੀਗੀ ਜਿਹੜੀ ਸਾਰੀ ਲੀਕਰ ਪਾਲਿਸੀ ਬਣਾ ਰਹੀ ਸੀ ਵਿੱਚ ਮਿਨਿਸਟਰਸ ਔਰ ਕੇਜਰੀਵਾਲ ਦੇ PA ਐਂਡ ਆਲ ਦੈਟ, ਇਹ ਸਾਰਿਆਂ ਨੇ ਥੋੜੇ ਜਿਹੇ ਪੀਰੀਅਡ ਦੇ ਵਿੱਚ 170 ਮੋਬਾਈਲ ਫੋਨ ਯੂਜ਼ ਕੀਤੇ, ਡਿਸਟਰੋਏ ਕੀਤੇ।
ਕਿਉਂ ਕੀਤੇ? ਤੁਸੀਂ ਜਾਂ ਮੈਂ ਜਾਂ ਆਮ ਆਦਮੀ ਵਿਅਕਤੀ ਕੋਈ ਵੀ ਜਿਹੜਾ ਹੈਗਾ ਵਾ ਇੱਕ ਮੋਬਾਈਲ ਫੋਨ ਲੈ ਲੈਂਦਾ 4-4 5-5 ਸਾਲ ਚੱਲ ਜਾਂਦਾ ਉਹਦਾ। ਇਹ 2 ਮਹੀਨੇ 'ਚ 170 ਮੋਬਾਈਲ ਫੋਨ। ਮਨੀਸ਼ ਸਿਸੋਦੀਆ ਨੇ 16 ਮੋਬਾਈਲ ਫੋਨ ਜਿਹੜੇ ਹੈਗੇ ਨੇ ਵਰਤੇ ਔਰ ਡਿਸਟਰੋਏ ਕੀਤੇ। ਸੋ ਜੇ ਆਪਾਂ ਗੜਬੜ ਕਰੀਏ, ਡਾਕੇ ਮਾਰੀਏ, ਲੋਕਾਂ ਦੀ ਜੇਬਾਂ ਤੇ ਡਾਕੇ ਮਾਰੀਏ, ਉਹਦੇ ਬਾਅਦ ਕਹੀਏ ਕਿ ਸਾਨੂੰ ਕੋਈ ਪੁੱਛੇ ਨਾ, ਤੇ ਇਹ ਕੰਮ ਤਾਂ ਨਹੀਂ ਚੱਲਣਾ। ਬੀਜੇਪੀ ਤੇ ਬੜਾ ਕਲੀਅਰ ਹੈਗਾ, ਬੀਜੇਪੀ ਦੀ ਜ਼ੀਰੋ ਟੋਲਰੈਂਸ ਪਾਲਿਸੀ ਕਰਪਸ਼ਨ ਦੇ ਵਾਸਤੇ, ਔਰ ਰੌਲਾ ਉਹੀ ਪਾ ਰਹੇ ਨੇ ਜਿਹਨਾਂ ਨੂੰ ਆਪਣੇ ਹੇਰਾਫੇਰੀਆਂ ਦੇ ਫੜੇ ਜਾਣ ਦਾ ਡਰ ਹੈ। ਆਮ ਵਿਅਕਤੀ, ਚਾਹੇ ਉਹ ਨੇਤਾ ਪੋਲੀਟੀਕਲ ਬੰਦਾ ਹੋਵੇ, ਚਾਹੇ ਕੋਈ ਹੋਵੇ, ਕਿਸੇ ਨੂੰ ਕੋਈ ਡਰ ਦੀ ਲੋੜ ਨਹੀਂਗੀ ਜੀ। ਚਲੋ ਮੈਂ ਤੁਹਾਡੇ ਕੋਲ ਵਾਪਸ ਆਵਾਂਗੀ। ਨੀਲ ਗਰਗ ਵੀ ਜੁੜੇ ਨੇ ਸਾਡੇ ਨਾਲ ਆਮ ਆਦਮੀ ਪਾਰਟੀ ਤੋਂ। ਨੀਲ ਜੀ, ਸਵਾਗਤ ਹੈ ਨਿਊਜ਼ 18 ਪੰਜਾਬ ਤੇ। ਚਿੱਠੀ ਲਿਖੀ ਹੈ ਵਿਰੋਧੀ ਧਿਰ ਦੇ ਨੇਤਾਵਾਂ ਨੇ, ਮੁੱਖ ਮੰਤਰੀ ਭਗਵੰਤ ਮਾਨ ਵੀ ਉਸ ਦੇ ਵਿੱਚ ਸ਼ਾਮਲ ਨੇ, ਅਰਵਿੰਦ ਕੇਜਰੀਵਾਲ ਵੀ ਉਸ ਦੇ ਵਿੱਚ ਸ਼ਾਮਲ ਨੇ, ਕਈ ਸਾਰੇ ਹੋਰ ਆਗੂ ਨੇ ਵੱਖੋ ਵੱਖਰੀਆਂ ਧਿਰਾਂ ਦੇ, TMC ਦੇ ਆਗੂ ਮਮਤਾ ਬੈਨਰਜੀ ਵੀ ਉਸ ਦੇ ਵਿੱਚ ਸ਼ਾਮਲ ਨੇ, ਉद्धਵ ਠਾਕਰੇ, ਤੇਜਸਵੀ ਯਾਦਵ, ਜਿਨ੍ਹਾਂ ਦੇ ਵੱਲੋਂ ਇਹ ਚਿੱਠੀ ਲਿਖੀ ਗਈ ਹੈ। CBI ਤੇ ED ਦੇ ਗਲਤ ਇਸਤੇਮਾਲ ਦੀ ਗੱਲ ਕਹੀ ਹੈ, ਗਵਰਨਰ ਦੇ ਸੂਬਾ ਸਰਕਾਰਾਂ ਦੇ ਕੰਮ 'ਚ ਦਖਲ ਦੀ ਗੱਲ ਕਹੀ ਹੈ, ਮਨੀਸ਼ ਸਿਸੋਦੀਆ ਬੇਬੁਨਿਆਦ ਨੇ, ਕਈ ਸਾਰੀਆਂ ਹੋਰ ਗੱਲਾਂ ਨੇ, ਚਿੰਤਾ ਜਤਾਈ ਹੈ ਲੋਕਤੰਤਰ ਨੂੰ ਲੈ ਕੇ। ਅਨਿਲ ਸਰੀਨ BJP ਆਗੂ ਜੁੜੇ ਨੇ, ਸਵਾਲ ਉਹ ਇਹੀ ਕਰ ਰਹੇ ਨੇ ਕਿ CBI ED ਤੋਂ ਉਹੀ ਡਰੇਗਾ ਜਿਸਨੇ ਕੁਝ ਗਲਤ ਕੀਤਾ ਹੋਏਗਾ, ਜੇ ਕੁਝ ਗਲਤ ਨਹੀਂ ਕੀਤਾ ਤਾਂ ਫਿਰ ਇਹ ਰੌਲਾ ਕਿਉਂ ਪਾਇਆ ਜਾ ਰਿਹਾ? ਪਹਿਲੀ ਗੱਲ ਤਾਂ ਜਦੋਂ ਤੁਸੀਂ ਇਸ ਚਿੱਠੀ ਨੂੰ ਪੂਰੀ ਤਰ੍ਹਾਂ ਪੜ੍ਹੋਗੇ, ਠੀਕ ਹੈ ਨਾ, ਇਸ ਤੋਂ ਇੱਕੋ ਗੱਲ ਝਲਕਦੀ ਹੈ ਕਿ ਅੱਜ ਬੀਜੇਪੀ ਦੇ ਰਾਜ ਦੇ ਵਿੱਚ ਜਿਹੜਾ ਲੋਕਤੰਤਰ ਹੈ ਉਹ ਖਤਰੇ 'ਚ ਹੈ। ਇੱਥੇ ਚਿੱਠੀ ਦੇ ਵਿੱਚ ਕਿਤੇ ਇਹ ਲਿਖਿਆ ਕਿ ਸਾਨੂੰ ਡਰ ਹੈ ਤੁਹਾਡੇ ਤੋਂ, ਨਹੀਂ। ਇਹਦੇ ਵਿੱਚ ਇਹ ਲਿਖਿਆ ਹੈ ਕਿ ਤੁਸੀਂ ਲੋਕਤੰਤਰ ਦੀਆਂ ਧੱਜੀਆਂ ਉਡਾ ਰਹੇ ਹੋ, ਮਰਿਆਦਾ ਦੀਆਂ ਧੱਜੀਆਂ ਉਡਾ ਰਹੇ ਹੋ। ਜਿਹੜੀਆਂ ਕੇਂਦਰੀ ਏਜੰਸੀਆਂ ਨੇ ਉਹਨਾਂ ਨੂੰ ਤੁਸੀਂ ਆਪਣੇ ਪੱਖ ਦੇ ਵਿੱਚ ਜਿਹੜਾ ਹੈਗਾ ਵਰਤ ਰਹੇ ਹੋ, ਆਪਣੇ ਵਿਰੋਧੀਆਂ ਨੂੰ ਡਰਾਉਣ ਵਾਸਤੇ ਵਰਤ ਰਹੇ ਹੋ। ਲੋਕਤੰਤਰ ਦੇ ਵਿੱਚ ਜਿੱਥੇ ਵਿਪਕਸ਼ ਤੇ ਵਿਪਕਸ਼ ਦੋਨਾਂ ਦੀ ਆਪਣੀ ਭੂਮਿਕਾ ਹੁੰਦੀ ਹੈ, ਪਰ ਬੀਜੇਪੀ ਨੂੰ ਕਿਉਂਕਿ ਇਹ ਗਵਾਰਾ ਹੀ ਨਹੀਂ ਕਿ ਉਹਨਾਂ ਦੇ ਹਾਨ ਦੇ ਮੁਕਾਬਲੇ ਆ ਕੇ ਖੜਾ ਹੋਵੇ। ਅੱਜ ਤੁਸੀਂ ਗਵਰਨਰ ਦੀ ਗੱਲ ਕਰੋ, ਗਵਰਨਰ ਦੇ ਮਾਮਲੇ 'ਚ ਕਿਹੜੀ ਕਰਪਸ਼ਨ ਹੋਊਗੀ? ਜਿਸ ਤਰੀਕੇ ਨਾਲ ਸੂਬਾ ਸਰਕਾਰਾਂ ਜਿੱਥੇ ਆਪੋਜੀਸ਼ਨ ਦੀਆਂ ਹੈਗੀਆਂ ਨੇ, ਉੱਥੇ ਜਿਹੜਾ ਹੈਗਾ ਬੀਜੇਪੀ ਦੇ ਗਵਰਨਰ ਜਿਹੜੇ ਨੇ ਉਹਨਾਂ ਨੇ ਗਵਰਨਰ ਹਾਊਸ ਨੂੰ ਰਾਜਨੀਤੀ ਦਾ ਅਖਾੜਾ ਬਣਾਤਾ, ਅੱਡਾ ਬਣਾਤਾ, ਔਰ ਬਾਰ-ਬਾਰ ਸੁਪਰੀਮ ਕੋਰਟ ਨੂੰ ਇਸ ਦੇ ਵਿੱਚ ਦਖਲ ਦੇਣਾ ਪਿਆ। ਚਾਹੇ ਉਹ ਮਹਾਰਾਸ਼ਟਰ ਦਾ ਮੁੱਦਾ ਸੀ, ਚਾਹੇ ਬੀਤੇ ਦਿਨੀ ਪੰਜਾਬ ਸਰਕਾਰ ਦਾ ਜਿਹੜਾ ਬਜਟ ਸੈਸ਼ਨ ਦਾ ਜਿਹੜਾ ਸੀ ਉਹ ਮੁੱਦਾ ਸੀ, ਤੇ ਉਸ ਦੇ ਵਿੱਚ ਵੀ ਬੀਜੇਪੀ ਨੂੰ ਦਖਲ ਦੇਣਾ ਪਿਆ, ਸੁਪਰੀਮ ਕੋਰਟ ਨੂੰ ਦਖਲ ਦੇਣਾ ਪਿਆ। ਅਸੀਂ ਇਹਨਾਂ ਦੀਆਂ ਗਿੱਦੜ ਧਮਕੀਆਂ ਤੋਂ ਨਹੀਂ ਡਰਦੇ। ਇਹਦੇ ਵਿੱਚ ਬਿਲਕੁਲ ਹੀ ਨਹੀਂ ਲਿਖਿਆ ਕਿ ਸਾਨੂੰ ਉਹਨਾਂ ਤੋਂ ਕੋਈ ਡਰ ਹੈ। ਸਾਨੂੰ ਤਾਂ ਅਸੀਂ ਤਾਂ ਇਹ ਕਹਿਣਾ ਚਾਹੁੰਦੇ ਹਾਂ ਕਿ ਜਿਹੜੀ ED ਹੈ ਬਿਲਕੁਲ ਨਿਰਪੱਖ ਹੋ ਕੇ ਕੰਮ ਕਰੇ, CBI ਇਹ ਨਿਰਪੱਖ ਹੋ ਕੇ ਕੰਮ ਕਰੇ। ਜੇ ED ਨਿਰਪੱਖ ਹੋ ਕੇ ਕੰਮ ਕਰਦੀ ਹੁੰਦੀ, ਅੱਜ ਹਿੰਦੁਸਤਾਨ ਦੇ ਵਿੱਚ ਆਜ਼ਾਦੀ ਤੋਂ ਬਾਅਦ ਇੰਨਾ ਵੱਡਾ ਘਪਲਾ ਹੋ ਗਿਆ, ਹਿੰਦੁਸਤਾਨ ਦੇ ਕਰੋੜਾਂ ਲੋਕਾਂ ਦੀ ਖੂਨ ਪਸੀਨੇ ਦੀ ਕਮਾਈ ਲੁੱਟ ਕੇ ਅਡਾਨੀ ਬੈਠ ਗਿਆ, ਜਿਨ੍ਹਾਂ ਦੀ ਪੂਰੀ ਹਮਾਇਤ ਬੀਜੇਪੀ ਦੀ ਯਾਨੀ ਕਿ ਉਸ ਨੂੰ ਸ਼ਾਮਲ ਹੈਗੀ ਹੈ, ਤੇ ਉਹਦੇ ਤੇ ED ਕੰਮ ਕਿਉਂ ਨਹੀਂ ਕਰਦੀ? ਹੋਰ ਬਹੁਤ ਸਾਰੇ ਜਿਹੜੇ ਕਹੇ ਕਿ ਉੱਥੇ ED ਕਿਉਂ ਨਹੀਂ ਕੰਮ ਕਰਦੀ? ਸੋ ਮੇਰੇ ਕਹਿਣ ਦਾ ਮਤਲਬ ਇਹ ਹੈਗਾ ਕਿ ਸਾਨੂੰ ਇਹ ਇਮਾਨਦਾਰੀ ਦਾ ਪਾਠ ਨਾ ਪੜਾਉਣੇ। ਕਿੰਨੇ ਇਮਾਨਦਾਰ ਨੇ ਹਿੰਦੁਸਤਾਨ ਦਾ ਬੱਚਾ ਜਾਣਦਾ ਹੈਗਾ। ਜਵਾਬ ਲੈ ਲੈਣੇ ਆ ਨੀਲ ਜੀ। ਅਨਿਲ ਸਰੀਨ ਜੀ, ਜੋ ਸਵਾਲ ਇਸ ਵੇਲੇ ਨੀਲ ਗਰਗ ਜੀ ਨੇ ਚੁੱਕਿਆ ਕਿ ED ਨੂੰ ਜਿੱਥੇ ਕੰਮ ਕਰਨਾ ਚਾਹੀਦਾ ਉੱਥੇ ED ਕਿਉਂ ਨਹੀਂ ਜਾ ਰਹੀ? ਮੈਨੂੰ ਇੱਕ ਵੀ ਐਸਾ ਉਦਾਹਰਨ ਦੇ ਦੇਣ ਕਿ ED ਉਸ ਵਿਅਕਤੀ ਤੇ ਗਈ ਜਿਹਦੇ ਖਿਲਾਫ ਕੋਈ ਦੋਸ਼ ਨਹੀਂ ਸੀਗਾ। ਇੱਕ ਵੀ ਉਦਾਹਰਨ ਦੇ ਦੇਣ ਪੂਰੇ ਹਿੰਦੁਸਤਾਨ ਦੇ ਵਿੱਚ। ਔਰ ਹੁਣ ਨੀਲ ਗਰਗ ਸਾਹਿਬ ਬੜੇ ਸਿਆਣੇ ਨੇ, ਸੁਲਝੇ ਨੇਤਾ ਨੇ, ਮੈਨੂੰ ਇੱਕ ਚੀਜ਼ ਦੱਸਣ, ਕਿਆ ਪੰਜਾਬ ਦੇ ਵਿੱਚ ਤੁਸੀਂ ਜਿਹੜੇ ਕਰਪਸ਼ਨ ਦੇ ਕੇਸਿਸ ਦੇ ਵਿੱਚ ਵਿਜੀਲੈਂਸ ਕੰਮ ਕਰ ਰਹੀ ਹੈ, ਕਿਆ ਉਹ ਦੁਰਭਾਵਨਾ ਨਾਲ ਕੰਮ ਕਰ ਰਹੀ ਹੈ? ਜੇ ਆਪਾਂ ਕੇਂਦਰ ਤੇ ਇਲਜ਼ਾਮ ਲਾਉਂਦੇ ਆ ਕਿ ED ਔਰ CBI ਜਿਹੜੀ ਹੈਗੀ ਹੈ ਜੀ ਵਿਰੋਧੀ ਧਿਰਾਂ ਦੇ ਉੱਤੇ ਜਿਹੜੇ ਐਕਸ਼ਨ ਕਰਦੀ ਹੈ ਤੇ ਜੀ ਦੁਰਭਾਵਨਾ ਨਾਲ ਕਰਦੀ ਪਈ ਹੈ, ਕਿਆ ਤੁਸੀਂ ਜਿਹੜੀ ਭ੍ਰਿਸ਼ਟਾਚਾਰ ਦੇ ਖਿਲਾਫ ਮੁਹਿੰਮ ਚਲਾਈ ਹੈ, ਜਿਹਨਾਂ 'ਚ ਪੂਰਵ ਮੰਤਰੀਆਂ ਨੂੰ ਤੁਸੀਂ ਅੰਦਰ ਵੀ ਕਰ ਰਹੇ ਹੋ, ਕਰ ਵੀ ਰਹੇ ਹੋ, ਕਿਆ ਇਹ ਉਸੇ ਭਾਵਨਾ ਨਾਲ ਕਰ ਰਹੇ ਹੋ? ਸਵਾਲ ਤੇ ਇਹ ਹੈ ਕਿ ਜੇ ਮੇਰੀ ਏਜੰਸੀ ਕਰੇ ਤਾਂ ਠੀਕ, ਜੇ ਮੇਰੇ ਖਿਲਾਫ ਕੋਈ ਐਕਸ਼ਨ ਹੋ ਜਾਏ ਤਾਂ ਦੁਰਵਰਤੋਂ ਹੋ ਗਈ ਜੀ। तो इस भावना तो बाहर निकलना पड़ेगा। और सुन लो एक मिनट गल पूरी कर लो। ਹੁਣ ਤੁਸੀਂ ਜਿਹੜੀ ਲਿਸਟ ਦਿਖਾ ਰਹੇ ਹੋ, ਆਪਾਂ ਸਾਰਿਆਂ ਨੇ ਦੇਖਿਆ ਤੇਜਸਵੀ ਯਾਦਵ ਕਿਆ ਚਾਰਾ ਘੋਟਾਲਾ ਕਿਸੇ ਨੂੰ ਭੁੱਲ ਗਿਆ? ਮੈਨੂੰ ਦੱਸ ਦਿਓ, ਭੁੱਲ ਗਿਆ ਤਾਂ ਦੱਸ ਦਿਓ ਮੈਨੂੰ। ਅਜੇ ਵੀ ਲਾਲੂ ਪ੍ਰਸਾਦ ਯਾਦਵ ਦੇ ਉੱਤੇ ਕਿੰਨੇ ਕੇਸ ਚੱਲਦੇ ਪਏ ਨੇ ਅੰਦਰ ਨੇ, ਔਰ ਹੁਣ ਪੈਰੋਲ ਤੇ ਬਾਹਰ ਆਏ ਨੇ, ਬੇਲ ਤੇ ਬਾਹਰ ਆਏ ਨੇ। ਕਿਆ ਆਪਾਂ ਇਹ ਭੁੱਲ ਗਏ? ਕਿਆ ਆਪਾਂ ਫਾਰੂਕ ਅਬਦੁੱਲਾ ਦੇ ਜੋ ਉੱਥੋਂ ਦੀ ਮਿਲਿਆ ਹੈਗਾ, ਇੰਨੇ ਚਿਰ ਤੋਂ ਕਬਜ਼ੇ ਕਰਕੇ ਬੈਠੇ ਸੀਗੇ ਸਰਕਾਰੀ ਜ਼ਮੀਨਾਂ ਤੇ, ਕਿਆ ਆਪਾਂ ਇਹ ਭੁੱਲ ਗਏ ਆ? ਚੰਦਰ ਸ਼ੇਖਰ ਰਾਓ ਦੀ ਬੇਟੀ ਇਹਨਾਂ ਦੇ ਲੀਕਰ ਸਕੈਮ ਦੇ ਵਿੱਚ ਦਿੱਲੀ ਦੇ ਵਿੱਚ ਉਹਦੇ ਨਾਲ ਹੈਗੀ ਹੈ, ਕਿਆ ਆਪਾਂ ਇਸ ਚੀਜ਼ ਨੂੰ ਭੁੱਲ ਗਏ ਆ?
मेरा कहने का मतलब कि ਜਿਹੜੀ ਇੱਕ ਚਲਦੀ ਪਈ ਹੈ ਕਿ ਭ੍ਰਿਸ਼ਟਾਚਾਰ ਕਰੋ, ਠੀਕ ਹੈ, ਨੀਲਕ੍ਰਿਸ਼ਨ ਕਹਿੰਦੇ ਅਸੀਂ ਭ੍ਰਿਸ਼ਟਾਚਾਰ ਦੇ ਖਿਲਾਫ ਆ, ਅਸੀਂ ਇਹਨਾਂ ਦੇ ਨਾਲ ਹਾਂ ਕਿ ਕੋਈ ਵੀ ਭ੍ਰਿਸ਼ਟਾਚਾਰ ਕਰੇ ਕਿਸੇ ਵੀ ਪਾਰਟੀ ਦਾ ਹੋਵੇ ਉਹਦੇ ਖਿਲਾਫ ਕਾਰਵਾਈ ਹੋਣੀ ਚਾਹੀਦੀ ਹੈ। ਬਿਕੋਜ਼ ਜੇ ਹਿੰਦੁਸਤਾਨ ਦਾ ਬੇੜਾ ਗਰਕ ਹੋਇਆ ਤੇ ਭ੍ਰਿਸ਼ਟਾਚਾਰ ਨੇ ਕੀਤਾ ਹੈਗਾ, ਜੀ ਚਾਹੇ ਮਨੀਸ਼ ਸਿਸੋਦੀਆ ਹੋਣ, ਚਾਹੇ ਧਰਮਸੋਤ, ਕੋਈ ਹੋਵੇ, ਮੈਂ ਤਾਂ ਕਹਿੰਦਾ ਕੋਈ ਹੋਵੇ, ਜਿਹੜਾ ਵੀ ਭ੍ਰਿਸ਼ਟਾਚਾਰ ਕਰਦਾ ਹੈ ਉਹਦੇ ਖਿਲਾਫ ਏਜੰਸੀਆਂ ਨੂੰ ਸਖਤ ਤੋਂ ਸਖਤ ਕਾਰਵਾਈ ਕਰਨੀ ਚਾਹੀਦੀ ਹੈ ਔਰ ਉਹਨੂੰ ਸਖਤ ਸਜ਼ਾ ਹੋਣੀ ਚਾਹੀਦੀ ਹੈ, ਤਾਂ ਹੀ ਅਸੀਂ ਆਪਣਾ ਦੇਸ਼, ਆਪਣਾ ਪੰਜਾਬ ਬਚਾ ਪਾਵਾਂਗੇ। ਜੀ ਨੀਲ ਜੀ, ਸਵਾਲ ਇਹੀ ਕਰ ਰਹੇ ਨੇ ਕਿ ਪੰਜਾਬ ਦੇ ਵਿੱਚ ਜਦੋਂ ਤੁਸੀਂ ਜਾਂਚ ਕਰਵਾ ਰਹੇ ਹੋ ਜਾਂ ਤੁਹਾਡੀਆਂ ਏਜੰਸੀਆਂ ਕੰਮ ਕਰ ਰਹੀਆਂ ਨੇ, ਕੀ ਫਿਰ ਤੁਸੀਂ ਵੀ ਉਸੇ ਤਰੀਕੇ ਨਾਲ ਕੰਮ ਕਰ ਰਹੇ ਹੋ? ਕਿਉਂਕਿ ਸਵਾਲ ਤਾਂ ਵਿਰੋਧੀ ਇਸ ਨੂੰ ਲੈ ਕੇ ਤੁਹਾਡੇ ਉੱਤੇ ਵੀ ਚੁੱਕ ਰਹੇ ਨੇ। ਨਹੀਂ, ਸਵਾਲ ਵਿਰੋਧੀ ਨਹੀਂ ਚੁੱਕ ਰਿਹਾ, ਸਵਾਲ ਬੀਜੇਪੀ ਦੀ। ਮੈਂ ਤੁਹਾਨੂੰ ਦੱਸਣਾ ਚਾਹਣਾ, ਇਹ ਲੈਟਰ ਬਾਰ-ਬਾਰ ਇੱਕ ਸਰੀਨ ਸਾਹਿਬ ਲੈਟਰ ਪੜ੍ਹ ਲੈਣ, ਔਰ ਪੂਰੀ ਦੁਨੀਆ ਲੈਟਰ ਪੜ੍ਹ ਰਹੀ ਹੈ। ਉਸ ਲੈਟਰ ਦੇ ਵਿੱਚ ਕਰਪਸ਼ਨ ਤੇ ਮੁੱਦਾ ਹੈ ਹੀ ਨਹੀਂ ਹੈ। ਪਹਿਲੀ ਗੱਲ, ਮੁੱਦਾ ਹੈਗਾ ਕਿ ਬੀਜੇਪੀ ਜਿਸ ਤਰੀਕੇ ਨਾਲ ਲੋਕਤੰਤਰ ਦਾ ਘਾਣ ਕਰ ਰਹੀ ਹੈ, ਵਿਰੋਧੀਆਂ ਨੂੰ ਡਰਾਉਣ ਵਾਸਤੇ ਏਜੰਸੀਆਂ ਦਾ ਇਸਤੇਮਾਲ ਕਰ ਰਹੀ ਹੈ ਜਾਂ ਗਵਰਨਰਾਂ ਦਾ ਇਸਤੇਮਾਲ ਕਰ ਰਹੀ ਹੈ। ਮੇਨ ਮੁੱਦਾ ਇਹ ਹੈ, ਇਹ ਮੁੱਦੇ ਤੋਂ ਭਟਕਾਉਣ ਨਾ। ਜਿੱਥੋਂ ਤੱਕ ਕਰਪਸ਼ਨ ਦਾ ਸੰਬੰਧ ਹੈਗਾ, ਪੂਰੇ 1 ਸਾਲ ਤੋਂ ਜਿਹੜਾ ਹੈਗਾ ਈਡੀ ਤੇ ਸੀਬੀਆਈ ਦੇ 500 ਜਿਹੜੇ ਮੁਲਾਜ਼ਮ ਸੀ, ਅਫਸਰ ਸੀ, ਉਹ ਕਦੇ ਮਨੀਸ਼ ਸਿਸੋਦੀਆ ਦੇ ਘਰ ਦੇ ਉੱਤੇ, ਕਦੇ ਰਿਸ਼ਤੇਦਾਰਾਂ ਦੇ ਉੱਤੇ, ਕਦੇ ਮਿੱਤਰਾਂ ਦੇ ਉੱਤੇ, ਕਦੇ ਦਫ਼ਤਰ ਦੇ ਉੱਤੇ, ਕਦੇ ਉਹਦੇ ਪਿੰਡ ਜਾ ਕੇ ਕਿੱਥੇ ਨਹੀਂ ਇਹਨਾਂ ਨੇ ਇਨਵੈਸਟੀਗੇਸ਼ਨ ਕੀਤੀ। ਅੱਜ ਤੱਕ ਇਹਨਾਂ ਨੂੰ ਕੀ ਮਿਲਿਆ? ਮਿਲਣਾ ਵੀ ਨਹੀਂ ਹੈਗਾ, ਕਿਉਂਕਿ ਕਰਪਸ਼ਨ ਦੇ ਉੱਤੇ ਹੋਈ ਨਹੀਂ ਹੈ। ਇਹ ਬੇਸਿਕਲੀ ਕੀ ਹੈ, ਜਿਹੜੀ ਪਾਰਟੀ ਇਹਨਾਂ ਨੂੰ ਲੱਗਦੀ ਹੈ ਕਿ ਸਾਡਾ ਮੁਕਾਬਲਾ ਕਰ ਸਕਦੀ ਹੈ, ਜਿਹੜੇ ਲੋਕ ਸਾਡਾ ਮੁਕਾਬਲਾ ਕਰ ਸਕਦੇ ਨੇ, ਸਾਡੀਆਂ ਅੱਖਾਂ 'ਚ ਅੱਖਾਂ ਪਾ ਕੇ ਗੱਲ ਕਰ ਸਕਦੇ ਨੇ, ਜਿਨ੍ਹਾਂ ਦਾ ਇੱਕ ਮਾਡਲ ਹੈ, ਜਿਹਨੂੰ ਲੋਕ ਪਿਆਰ ਕਰਦੇ ਨੇ, ਕੱਲ ਨੂੰ ਇਹਨਾਂ ਲਈ ਥ੍ਰੈਟ ਹੋ ਸਕਦੇ ਨੇ, ਇਹ ਉਹਨਾਂ ਨੂੰ ਡਰਾਉਣਾ ਚਾਹੁੰਦੇ ਆ। ਇਹ ਪੰਜਾਬ ਦੇ ਨਾਲ ਇਸ ਚੀਜ਼ ਨੂੰ ਕੰਪੇਅਰ ਨਾ ਕਰਨ। ਜੇ ਅੱਜ 9 ਲੀਡਰਾਂ ਨੇ ਮਨੀਸ਼ ਸਿਸੋਦੀਆ ਦੇ ਹੱਕ ਦੇ ਵਿੱਚ ਐ ਲਾ ਲਓ ਜੀ ਚਿੱਠੀ ਲਿਖੀ ਹੈ, ਖਰਚਾ ਜ਼ਾਹਰ ਕੀਤਾ ਹੈ, ਤਾਂ ਇਹਦਾ ਮਤਲਬ ਉਹਨਾਂ ਨੂੰ ਵੀ ਇਸ ਚੀਜ਼ ਦਾ ਪਤਾ ਹੈ ਕਿ ਮਨੀਸ਼ ਸਿਸੋਦੀਆ ਵਰਗਾ ਇੱਕ ਇਮਾਨਦਾਰ ਸਿੱਖਿਆ ਮੰਤਰੀ ਹਿੰਦੁਸਤਾਨ 'ਚ ਹੈਗਾ, ਜਿਹਨੂੰ ਬੱਚਾ ਪਿਆਰ ਕਰਦਾ, ਔਰ ਬੱਚੇ ਨੂੰ ਉਹਦਾ ਨਾਮ ਪਤਾ ਹੈਗਾ। ਸੋ ਇਸ ਕਰਕੇ ਸਾਨੂੰ ਇਹ ਚੀਜ਼ਾਂ ਨਾ ਪਟਾਉਣੇ, ਮੁੱਦੇ ਤੋਂ ਨਾ ਭਟਕਾਉਣ, ਮੁੱਦੇ ਦੀ ਗੱਲ ਕਰਨ। ਮੁੱਦਾ ਇਹ ਹੈਗਾ ਕਿ ਲੋਕਤੰਤਰ ਨੂੰ ਪੰਗੂ ਬਣਾਤਾ ਇਹਨਾਂ ਨੇ। ਜੀ ਇੱਕ ਪੁਆਇੰਟ ਹੋਰ ਅੱਗੇ ਨੀਲ ਜੀ, ਜੇ ਇਸੇ ਤੇ ਗੱਲ ਕਰੀਏ, ਤੁਸੀਂ ਕਿਹਾ ਕਿ ਐਸੀ ਪਾਰਟੀ ਜੋ ਅੱਖਾਂ 'ਚ ਅੱਖਾਂ ਪਾ ਕੇ ਬੀਜੇਪੀ ਨੂੰ ਦੇਖ ਸਕਦੀ ਹੈ, ਜੋ ਮੁਕਾਬਲਾ ਕਰ ਸਕਦੀ ਹੈ। 9 ਆਗੂਆਂ ਨੇ ਚਿੱਠੀ ਲਿਖੀ ਹੈ, ਜਿਸ ਦੇ ਵਿੱਚ ਕਈ ਸਾਰੇ ਹੋਰ ਵਿਰੋਧੀ ਤਰ੍ਹਾਂ ਦੇ ਆਗੂ ਵੀ ਸ਼ਾਮਿਲ ਨੇ। ਕੀ 2024 ਨੂੰ ਲੈ ਕੇ ਕੋਈ ਤਿਆਰੀ ਹੋ ਰਹੀ ਹੈ? ਮੈਡਮ, ਇਹ ਬਾਅਦ ਦਾ ਵਿਸ਼ਾ ਹੈਗਾ। ਸਭ ਤੋਂ ਪਹਿਲਾਂ ਵਿਸ਼ਾ ਤਾਂ ਹੈਗਾ ਕਿ ਮੋਦੀ ਸਰਕਾਰ ਜਿਸ ਤਰੀਕੇ ਨਾਲ ਹਿੰਦੁਸਤਾਨ 'ਚ, ਚਾਹੇ ਉਹ ਘੱਟ ਗਿਣਤੀ ਹੋਣ, ਚਾਹੇ ਲੋਕਤੰਤਰ ਹੋਵੇ, ਉਸ ਦੇ ਖਿਲਾਫ ਕੰਮ ਕਰ ਰਹੀ ਹੈ। ਸਭ ਤੋਂ ਪਹਿਲਾਂ ਤਾਂ ਉਹਦੇ ਖਿਲਾਫ ਖੜੇ ਹੋਣ ਦੀ ਗੱਲ ਹੈ। ਇਹ ਰਾਜਨੀਤਿਕ ਗਿਣਤੀਆਂ ਮਿੰਤੀਆਂ ਦਾ ਬਾਅਦ ਦੀਆਂ ਗੱਲਾਂ ਨੇ ਮੈਡਮ। ਜੀ ਅਨਿਲ ਜੀ, ਇੱਕ ਰਿਐਕਸ਼ਨ ਕਹਿ ਰਹੇ ਨੇ ਕਿ ਜੋ ਮੁਕਾਬਲਾ ਕਰਨ ਦੇ ਯੋਗ ਹੈ ਬੀਜੇਪੀ ਦਾ, ਉਸ ਨੂੰ ਟਾਰਗੇਟ ਕੀਤਾ ਜਾ ਰਿਹਾ। ਨਹੀਂ, ਬਿਲਕੁਲ ਠੀਕ ਕਹਿ ਰਹੇ ਨੀਲ ਗਰਗ ਜੀ। ਚੋਰ ਮੁਸੇਰੇ ਭਾਈ, ਚੋਰ ਮੁਸੇਰੇ ਭਾਈ। ਅਸੀਂ ਵੀ ਕਹਿੰਦੇ ਹਾਂ ਹਿੰਦੁਸਤਾਨ ਦੇ ਕਾਰਪੋਰੇਟ ਸੈਕਟਰ ਦੇ ਭਰਾ ਹੀ ਹੋ। ਮੈਂ ਤੁਹਾਡੀ ਗੱਲ 'ਚ ਬਿਲਕੁਲ ਨਹੀਂ ਬੋਲਿਆ ਨੀਲ ਜੀ, ਮੈਂ ਤੁਹਾਡੀ ਗੱਲ 'ਚ ਬਿਲਕੁਲ ਨਹੀਂ ਬੋਲਿਆ। ਤੁਸੀਂ ਬਹੁਤ ਸਿਆਣੇ, ਮੈਂ ਤੁਹਾਨੂੰ ਬਹੁਤ ਇੱਜ਼ਤ ਕਰਦਾ ਤੁਹਾਡੀ। ਠੀਕ ਹੈ ਸਰ, ਠੀਕ ਹੈ, ਬੋਲੋ ਪਲੀਜ਼। ਹਾਂ, ਦੇਖੋ, ਚੋਰ ਮੁਸੇਰੇ ਭਾਈ, ਇਹ ਸਾਰੇ ਉਹ ਨੇ ਜਿਨ੍ਹਾਂ ਨੇ ਹੇਰਾਫੇਰੀਆਂ ਕੀਤੀਆਂ ਨੇ ਤੇ ਹੁਣ ਭਜਦੇ ਫਿਰਦੇ ਪਏ ਨੇ। ਮੈਨੂੰ ਇਹਨਾਂ 'ਚ ਇੱਕ ਵੀ ਲੀਡਰ ਦੱਸ ਦਿਓ ਜਿਹਨੇ ਭ੍ਰਿਸ਼ਟਾਚਾਰ ਨਹੀਂ ਕੀਤਾ। ਇਹ ਤੇ ਭ੍ਰਿਸ਼ਟਾਚਾਰ ਦੇ ਖਿਲਾਫ ਲੜਾਈ ਦੀ ਗੱਲ ਕਰਦੇ ਨਾ ਆਮ ਆਦਮੀ ਪਾਰਟੀ। ਦੱਸਣ ਜਿਹਨਾਂ ਦੇ ਨਾਲ ਖੜੇ ਨੇ, ਜਿਹਨਾਂ ਦੇ ਨਾਲ ਹਸਤਾਖਰ ਕਰਦੇ ਪਏ ਨੇ, ਉਹਨਾਂ ਦੇ ਕ੍ਰੈਡੈਂਸ਼ੀਅਲਸ ਕੀ ਨੇ? ਨੀਲਗੜ੍ਹ ਸਾਹਿਬ ਬਹੁਤ ਸਿਆਣੇ ਨੇ, ਦੱਸ ਸਕਦੇ ਨੇ। ਕਿਆ ਤੁਸੀਂ ਸ਼ਰਦ ਪਵਾਰ ਨੂੰ ਬਖਸ਼ ਸਕਦੇ ਹੋ? ਕਿਆ ਤੁਸੀਂ ਫਾਰੂਕ ਅਬਦੁੱਲਾ ਨੂੰ ਬਖਸ਼ ਸਕਦੇ ਹੋ? ਕਿਆ ਤੁਸੀਂ ਤੇਜਸਵੀ ਯਾਦਵ ਨੂੰ ਬਖਸ਼ ਸਕਦੇ ਹੋ? ਚੰਦਰ ਸ਼ੇਖਰ ਰਾਓ ਨੂੰ ਬਖਸ਼ ਸਕਦੇ ਹੋ? ਮਤਲਬ ਭ੍ਰਿਸ਼ਟਾਚਾਰੀਆਂ ਨਾਲ ਖੜ ਕੇ ਆਪਾਂ ਇਹ ਕਹੀਏ ਅਸੀਂ ਭ੍ਰਿਸ਼ਟਾਚਾਰ ਦੇ ਖਿਲਾਫ ਲੜਦੇ ਪਏ ਹਾਂ, ਕਿਆ ਤਮਾਸ਼ ਵੀ ਨਹੀਂ ਹੈ? ਸਿਰਫ ਇਸ ਕਰਕੇ ਮਨੀਸ਼ ਸਿਸੋਦੀਆ ਬਚਾਉਣਾ ਹੈ। ਸਾਡੇ ਕੋਲ ਸਮਾਂ ਥੋੜਾ ਘੱਟ ਹੈ ਨੀਲ ਜੀ, ਇੱਕ ਆਖਰੀ ਰਿਐਕਸ਼ਨ ਘੱਟ ਸ਼ਬਦਾਂ ਦੇ ਵਿੱਚ। ਇਹਨਾਂ ਨਾਲੋਂ ਉਹਨਾਂ ਦਾ ਕ੍ਰੈਡੈਂਸ਼ੀਅਲ ਬਿਹਤਰ ਹੈਗਾ, ਖਾਸ ਕਰਕੇ ਲੋਕਤੰਤਰ ਦੀ ਮਰਿਆਦਾ ਨੂੰ ਲੈ ਕੇ। ਅਸੀਂ ਬਾਰ-ਬਾਰ ਲੋਕਤੰਤਰ ਦੀ ਮਰਿਆਦਾ ਦੀ ਉਹੀ ਗੱਲ ਕਰ ਰਹੇ ਹਾਂ। ਅਸੀਂ ਕੇਂਦਰੀ ਏਜੰਸੀਆਂ ਦੀ ਗੱਲ ਕਰ ਰਹੇ ਹਾਂ। ਅਸੀਂ ਜਿਸ ਤਰੀਕੇ ਨਾਲ ਇਹ ਆਪਣੇ ਵਿਰੋਧੀਆਂ ਨੂੰ ਡਰਾਉਂਦੇ ਆ, ਉਹਦੀ ਗੱਲ ਕਰ ਰਹੇ ਹਾਂ। ਇਹਨਾਂ ਨਾਲੋਂ ਕ੍ਰੈਡੈਂਸ਼ੀਅਲ ਉਹਨਾਂ ਦਾ ਮੱਚ ਬੈਟਰ। ਜੀ ਚਲੋ, ਸਮਾਂ ਸਾਡੇ ਕੋਲ ਥੋੜਾ ਘੱਟ ਹੈ। ਸ਼ੁਕਰੀਆ ਨੀਲ ਜੀ, ਸ਼ੁਕਰੀਆ ਅਨਿਲ ਸਰੀਨ ਜੀ ਤੁਹਾਡਾ ਵੀ। ਤਾਂ ਵਿਰੋਧੀ ਧਿਰਾਂ ਦੇ ਵੱਲੋਂ ਪੀਐਮ ਨੂੰ ਚਿੱਠੀ ਲਿਖੀ ਗਈ ਹੈ। ਪ੍ਰਧਾਨ ਮੰਤਰੀ ਨੂੰ ਚਿੱਠੀ ਲਿਖ ਕੇ ਖਤਰਾ ਜਤਾਇਆ ਗਿਆ ਕਿ ਜਿਸ ਤਰੀਕੇ ਨਾਲ ਏਜੰਸੀਆਂ ਦਾ ਇਸਤੇਮਾਲ ਹੋ ਰਿਹਾ ਹੈ, ਜਿਸ ਤਰੀਕੇ ਦੇ ਨਾਲ ਗਵਰਨਰ ਸੂਬਾ ਸਰਕਾਰਾਂ ਦੇ ਕੰਮ 'ਚ ਦਖਲ ਅੰਦਾਜ਼ੀ ਕਰ ਰਹੇ ਨੇ, ਉਸ ਦੇ ਨਾਲ ਲੋਕਤੰਤਰ ਨੂੰ ਖਤਰਾ ਖੜਾ ਹੋ ਰਿਹਾ ਹੈ।